Hello student, I am Dalwal Singh from Government ITI Meerchand Jalandhar, Department of Technical Education and Industrial Training, ਪੰਜਾਬ। ਅੱਜ ਜੋ ਮੈਂ ਤੁਹਾਡੇ ਲਈ ਵਿਸ਼ਾ ਲੈ ਕੇ ਆਇਆ ਹਾਂ ਉਹ ਹੈ ਗ੍ਰਾਈਂਡਿੰਗ ਵੀਲ ਦੀ ਸਿਲੈਕਸ਼ਨ ਕਿਵੇਂ ਕਰਨੀ ਆ। ਕਿਉਂਕਿ ਜਦੋਂ ਕੋਈ ਵੀ ਅਸੀਂ ਕੰਮ ਕਰਨਾ ਹੁੰਦਾ ਆ ਤਾਂ ਉਹਦੇ ਵਾਸਤੇ ਪਹਿਲਾਂ ਸਾਨੂੰ ਉਹ ਟੂਲਾਂ ਦੀ ਸਿਲੈਕਸ਼ਨ ਕਰਨੀ ਪੈਂਦੀ ਆ। ਅਗਰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਉਹਦੀ ਸਿਲੈਕਸ਼ਨ ਨਹੀਂ ਕਰਾਂਗੇ ਤਾਂ ਕੀ ਹੋਏਗਾ, ਉਹ ਟੂਲ ਸਹੀ ਤਰੀਕੇ ਨਾਲ ਕੰਮ ਨਹੀਂ ਕਰੇਗਾ ਜਾਂ ਉਹ ਜਿਹੜੀ ਤੁਸੀਂ ਲਿਆਂਦਾ ਕੋਈ ਸਮਾਨ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰੇਗਾ ਜਾਂ ਉਹ ਜਿਹੜਾ ਹੈਗਾ ਟੂਲ ਤੁਹਾਡਾ ਜਲਦੀ ਖਰਾਬ ਹੋ ਜਾਏਗਾ ਜਾਂ ਫਿਰ ਜਿਹੜੀ ਆ ਤੁਹਾਡੀ ਉਹ ਪ੍ਰੋਡਕਸ਼ਨ ਨਹੀਂ ਨਿਕਲੀ ਗਈ ਜਾਂ ਐਕਸੀਡੈਂਟ ਕਰ ਦੇਗਾ। ਸੋ ਇਸ ਕਰਕੇ ਜਿਹੜੀ ਉਹਦੀ ਪ੍ਰੋਪਰ ਸਿਲੈਕਸ਼ਨ ਕਰਨੀ ਆ ਉਹ ਜ਼ਰੂਰੀ ਹੁੰਦੀ ਆ ਹਰੇਕ ਟੂਲ ਦੀ। ਸੋ ਉਹੀ ਮੈਂ ਦੱਸੂਗਾ ਕਿ ਕਿਹੜੇ ਕਿਹੜੇ ਫੈਕਟਰ ਵਾ ਜਿਨ੍ਹਾਂ ਨੂੰ ਅਸੀਂ ਦੇਖ ਕੇ ਅਸੀਂ ਜਿਹੜੇ ਇਸ ਗ੍ਰਾਈਂਡਰ ਵੀਲ ਦੀ ਸਿਲੈਕਸ਼ਨ ਕਰਦੇ ਹਾਂ ਤਾਂ ਕਿ ਤੁਹਾਡਾ ਕੰਮ ਜਿਹੜਾ ਆ ਉਹ ਪ੍ਰੋਪਰ ਤਰੀਕੇ ਨਾਲ ਤੁਸੀਂ ਕਰ ਸਕੋ ਤੇ ਉਹਦੇ ਨਾਲ ਵੱਧ ਤੋਂ ਵੱਧ ਉਹਦੋਂ ਫਾਇਦਾ ਲੈ ਸਕੋ। ਸੋ ਜੇ ਇਹ ਤੁਹਾਨੂੰ ਵੀਡੀਓ ਪਸੰਦ ਆਏਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹਦੇ ਤੋਂ ਜਿਹੜੇ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਵਾ ਉਹ ਫਾਇਦਾ ਉਠਾ ਸਕਣ। ਸਿਲੈਕਸ਼ਨ ਆਫ ਵੀਲ ਯਾਨੀ ਕਿ ਗ੍ਰਾਈਂਡਿੰਗ ਵੀਲ ਦੀ ਸਿਲੈਕਸ਼ਨ ਕਿਵੇਂ ਕਰਨੀ ਆ ਆਪਾਂ। ਸਿਲੈਕਸ਼ਨ ਆਫ ਵੀਲ ਦੇ ਲਈ ਬਹੁਤ ਸਾਰੇ ਫੈਕਟਰ ਆ ਜਿਹੜੇ ਦੇਖਣੇ ਹੁੰਦੇ ਆ ਜਦੋਂ ਅਸੀਂ ਕੋਈ ਵੀਲ ਨੂੰ ਸਿਲੈਕਟ ਕਰਨਾ ਆ। ਸੋ ਉਹਦੇ ਵਿੱਚ ਜਿਹੜਾ ਆ ਪਹਿਲਾ ਮੈਂ ਜੋ ਲਿਖਿਆ ਹੋਇਆ ਆ ਮਟੀਰੀਅਲ ਟੂ ਬੀ ਗਰਾਊਂਡ। ਸੋ ਜਿਹੜਾ ਅਸੀਂ ਮਟੀਰੀਅਲ ਗਰਾਊਂਡ ਕਰਨਾ ਪਹਿਲਾਂ ਇਹ ਦੇਖਣਾ ਕਿ ਜਿਹੜਾ ਅਸੀਂ ਮਟੀਰੀਅਲ ਕਿਹੜਾ ਉਹਦੇ ਤੇ ਰਗੜਨਾ ਹੈਗਾ ਆ, ਮਟੀਰੀਅਲ ਕਿਹੜਾ ਉਹਦੇ ਤੇ ਕੱਟਣਾ ਹੈਗਾ ਆ, ਉਹ ਅਸੀਂ ਦੇਖਣਾ ਮਟੀਰੀਅਲ ਦੇ ਹਿਸਾਬ ਦੇ ਨਾਲ ਹੀ ਉਸ ਦੇ ਜਿਹੜੇ ਅਬਰੈਸਿਵ ਹੈਗੇ ਆ, ਗ੍ਰੇਡ ਹੈਗਾ ਆ, ਉਹਦਾ ਸਟਰਕਚਰ ਹੈਗਾ ਆ, ਉਹਨੂੰ ਸਿਲੈਕਟ ਕਰਨਾ ਹੁੰਦਾ ਆ। ਸੋ ਇਹਦੇ ਵਿੱਚ ਜਿਹੜੇ ਮਟੀਰੀਅਲ ਦੇ ਹਿਸਾਬ ਦੇ ਨਾਲ ਅਬਰੈਸਿਵ ਕਣ ਕਿਵੇਂ ਆਪਾਂ ਸਿਲੈਕਟ ਕਰਨੇ ਆ। ਫਾਰ ਹਾਈ ਟੈਂਸਾਈਲ ਮਟੀਰੀਅਲ, ਜਿਹੜਾ ਹਾਈ ਟੈਂਸਾਈਲ ਮਟੀਰੀਅਲ ਹੁੰਦਾ ਆ ਜਿਵੇਂ ਸਾਡਾ ਲੋਹਾ ਹੋ ਗਿਆ, ਸੋ ਇਹ ਜਿਹੜੇ ਮਟੀਰੀਅਲ ਹੈਗੇ ਆ ਇਹਦੇ ਲਈ ਅਸੀਂ ਐਲੂਮੀਨੀਅਮ ਆਕਸਾਈਡ ਵਰਤਦੇ ਆ। ਐਲੂਮੀਨੀਅਮ ਆਕਸਾਈਡ ਕਿਹਦੇ ਲਈ ਵਰਤਦੇ ਆ? ਸਾਡੇ ਕੋਲ ਆਮ ਜਿਹੜਾ ਹਾਈ ਟੈਂਸਾਈਲ ਲੋਹਾ ਹੈਗਾ ਆ ਉਹਦੇ ਲਈ ਹਾਈ ਟੈਂਸਾਈਲ ਜਿਹੜੀ ਮਟੀਰੀਅਲ ਹੈਗੇ ਆ ਅਸੀਂ ਉਹਨਾਂ ਲਈ ਇਹਦਾ ਵਰਤੋਂ ਕਰਦੇ ਆ। ਸੋ ਫਾਰ ਲੋ ਟੈਂਸਾਈਲ ਮਟੀਰੀਅਲ, ਜਿਹਦੀ ਟੈਂਸਾਈਲ ਜਿਹੜੀ ਸਟਰੈਂਥ ਵਾ ਉਹ ਘੱਟ ਹੁੰਦੀ ਆ, ਉਹਦੇ ਲਈ ਅਸੀਂ ਸਿਲੀਕੌਨ ਕਾਰਬਾਈਡ ਵਰਤਦੇ ਆ। ਜਿਵੇਂ ਸਾਡਾ ਕਾਰਬਾਈਡ ਦੀਆਂ ਟਿੱਪਾਂ ਨੇ, ਸੋ ਉਹ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਦੇ ਵਾਸਤੇ ਸਿਲੀਕੌਨ ਕਾਰਬਾਈਡ ਜਿਹੜਾ ਆ ਉਹ ਅਬਰੈਸਿਵ ਕਣ ਅਸੀਂ ਵਰਤੋਂ ਵਿੱਚ ਲਿਆਉਂਦੇ ਆ, ਜਿਹੜਾ ਕਿ ਅਸੀਂ ਹਰੇ ਰੰਗ ਦਾ ਯੂਜ਼ ਕਰਦੇ ਆ ਉੱਥੇ ਜਿਹੜੀਆਂ ਅਸੀਂ ਟਿੱਪਾਂ ਜਦੋਂ ਅਸੀਂ ਗ੍ਰਾਈਂਡ ਕਰਨੀਆਂ ਹੁੰਦੀਆਂ ਆ। ਸੋ ਅੱਗੇ ਆ ਗਿਆ ਇਹਦਾ ਗ੍ਰੇਡ। ਗ੍ਰੇਡ ਦੇ ਹਿਸਾਬ ਦੇ ਨਾਲ ਕਿਹੜਾ ਆਪਾਂ ਗ੍ਰੇਡ ਜਿਹੜਾ ਸਿਲੈਕਟ ਕਰਨਾ ਆ ਜਦੋਂ ਮਟੀਰੀਅਲ ਸਾਡੇ ਕੋਲ ਹੋਏਗਾ ਮਟੀਰੀਅਲ ਨੂੰ ਦੇਖ ਕੇ। ਸੋ ਫਾਰ ਸੌਫਟ ਮਟੀਰੀਅਲ, ਮਟੀਰੀਅਲ ਜਿਹੜਾ ਨਰਮ ਹੈਗਾ ਆ, ਸੌਫਟ ਹੈਗਾ ਆ, ਉਹਦੇ ਲਈ ਅਸੀਂ ਹਾਰਡ ਗ੍ਰੇਡ ਦਾ ਵੀਲ ਯੂਜ਼ ਕਰਨਾ ਆ। ਫਾਰ ਹਾਰਡ ਮਟੀਰੀਅਲ, ਹਾਰਡ ਮਟੀਰੀਅਲ ਜਿਹੜਾ ਆ ਉਹਦੇ ਲਈ ਅਸੀਂ ਸੌਫਟ ਗ੍ਰੇਡ ਦਾ ਵੀਲ ਯੂਜ਼ ਕਰਨਾ ਆ। ਹੁਣ ਤੁਹਾਡਾ ਕੁਐਸਚਨ ਇੱਥੇ ਆ ਜਾਏਗਾ ਕਿ ਜਿਹੜਾ ਸੌਫਟ ਮਟੀਰੀਅਲ ਆ ਉਹਦੇ ਲਈ ਸਾਨੂੰ ਹਾਰਡ ਗ੍ਰੇਡ ਵੀਲ ਜਿਹੜਾ ਆ ਉਹ ਕਿਉਂ ਯੂਜ਼ ਕਰਨਾ ਪਏਗਾ ਤੇ ਜਿਹੜਾ ਹਾਰਡ ਮਟੀਰੀਅਲ ਆ ਉਹਦੇ ਲਈ ਸਾਨੂੰ ਸੌਫਟ ਗ੍ਰੇਡ ਵੀਲ ਯੂਜ਼ ਕਿਉਂ ਕਰਨਾ ਪਏਗਾ। ਜਿਵੇਂ ਮੈਂ ਤੁਹਾਨੂੰ ਅਗਲੇ ਜਿਹੜਾ ਮੇਰਾ ਸੀਗਾ ਜਿਹੜੇ ਵੀਲ ਸੀਗੇ ਜਦੋਂ ਉਹਨਾਂ ਦੇ ਵਿੱਚ ਮੈਂ ਕਰਵਾਇਆ ਸੀਗਾ ਤੇ ਉਹਦੇ ਵਿੱਚ ਦੱਸਿਆ ਸੀ ਕਿ ਗ੍ਰੇਡ ਦੇ ਹਿਸਾਬ ਦੇ ਨਾਲ ਵੀਲ ਕਿਹੜੇ ਹਾਰਡ ਹੁੰਦਾ ਤਾਂ ਕਿਹੜਾ ਸੌਫਟ ਹੁੰਦਾ। ਹਾਰਡ ਗ੍ਰੇਡ ਵੀਲ ਉਹ ਹੁੰਦਾ ਆ ਜਿਹਦੇ ਅਬਰੈਸਿਵ ਕਣ ਜਿਹੜੇ ਹੈਗੇ ਆ ਉਹ ਮਜ਼ਬੂਤੀ ਦੇ ਨਾਲ ਪਕੜੇ ਹੁੰਦੇ ਬਾਉਂਡ ਦਾ, ਤੇ ਸੌਫਟ ਗ੍ਰੇਡ ਉਹ ਹੁੰਦਾ ਆ ਜਿਹਦੇ ਅਬਰੈਸਿਵ ਕਣ ਮਜ਼ਬੂਤੀ ਨਾਲ ਨਹੀਂ ਪਕੜੇ ਹੁੰਦੇ, ਜਿਹੜਾ ਉਹਦਾ ਕੰਪਾਊਂਡ ਹੈਗਾ ਆ ਉਹ ਨਾ ਨਹੀਂ ਪਕੜੇ ਹੁੰਦੇ, ਤਾਂ ਉਹ ਜਿਹੜਾ ਵੀਲ ਵਾ ਉਹ ਸੌਫਟ ਗ੍ਰੇਡ ਦਾ ਵੀਲ ਹੁੰਦਾ ਆ। ਹੁਣ ਇੱਥੇ ਆ ਗਈ ਗੱਲ ਕਿ ਸੌਫਟ ਮਟੀਰੀਅਲ ਲਈ ਹਾਰਡ ਕਿਉਂ ਯੂਜ਼ ਕਰਦੇ ਆ। ਸੌਫਟ ਮਟੀਰੀਅਲ ਜਿਹੜਾ ਆ ਕਿਉਂਕਿ ਉਹ ਨਾ ਜਲਦੀ ਕੱਟ ਜਾਣਾ ਹੁੰਦਾ ਆ ਤੇ ਉਸ ਕਰਕੇ ਜਿਹੜੇ ਉਹਦੇ ਅਬਰੈਸਿਵ ਕਣ ਹੈਗੇ ਆ ਵੀਲ ਦੇ ਉਹਨਾਂ ਨੂੰ ਜਲਦੀ ਖੁੰਡਾ ਨਹੀਂ ਕਰਦਾ, ਉਹਨਾਂ ਦੀ ਧਾਰ ਨੂੰ ਖਤਮ ਨਹੀਂ ਕਰਦਾ। ਸੋ ਇਸ ਕਰਕੇ
ਉੱਥੇ ਹਾਰਡ ਗਰੇਡ ਦਾ ਬੀਲ ਚਾਹੀਦਾ ਤਾਂ ਕਿ ਉਹ ਅਗਰੈਸਿਵ ਕਣ ਜਿਹੜੇ ਸਾਡੇ ਉਹਨਾਂ ਨੂੰ ਪਕੜ ਕੇ ਰੱਖੇ, ਉਹ ਬੰਨੇ ਰਹਿਣ। ਇਹ ਨਾ ਕਿ ਉੱਪਰੋਂ ਅਗਰੈਸਿਵ ਕਣ ਜਿਹੜੇ ਆ ਉਹ ਝੜੇ ਰਹਿਣ, ਝੜੀ ਜਾਣ, ਤੇ ਉਹਦੇ ਨਾਲ ਕੀ ਹੋਏਗਾ, ਵੀਲ ਸਾਡਾ ਜਿਹੜਾ ਆ ਉਹ ਜ਼ਿਆਦਾ ਘਸੇਗਾ, ਕਿਉਂਕਿ ਸੌਫਟ ਮਟੀਰੀਅਲ ਨਾ ਉਹਦਾ ਜਿਹੜੀ ਹੈਗੀ ਆ ਸ਼ਾਰਪ ਐਜ ਨੂੰ ਖੁੰਡੇ ਨਹੀਂ ਕਰਨਾ। ਇਸ ਕਰਕੇ ਕੋਈ ਜ਼ਰੂਰਤ ਨਹੀਂ ਗਾ ਕਿ ਉਹਨੂੰ ਜਲਦੀ ਉਹ ਛੱਡ ਦਵੇ। ਸੋ ਇਸ ਕਰਕੇ ਜਿਹੜਾ ਆ ਉੱਥੇ ਹਾਰਡ ਗ੍ਰੇਡ ਦਾ ਵੀਲ ਯੂਜ਼ ਕਰਦੇ ਆ ਹਾਰਡ ਮਟੀਰੀਅਲ ਲਈ, ਕਿਉਂਕਿ ਹਾਰਡ ਮਟੀਰੀਅਲ ਜਦੋਂ ਯੂਜ਼ ਕਰਨਾ ਤੁਸੀਂ ਜਿਹੜੇ ਉਹਦੇ ਅਗਰੈਸਿਵ ਕਣ ਵਾ ਉਹਨਾਂ ਖੁੰਡਾ ਕਰ ਦੇਣਾ, ਉਹਨਾਂ ਦੀ ਧਾਰ ਜਿਹੜੀ ਆ ਉਹਨੂੰ ਖਤਮ ਕਰ ਦੇਣਾ ਆ। ਤੋ ਜੇ ਉਹ ਨਾਲੋਂ ਨਹੀਂ ਲੱਥਣਗੇ, ਅਗਰੈਸਿਵ ਕਣ ਨਹੀਂ ਲੱਥਣਗੇ, ਤਾਂ ਫਿਰ ਕੀ ਹੋਏਗਾ, ਅਸੀਂ ਕਿਉਂਕਿ ਅਗਰੈਸਿਵ ਕਣਾਂ ਦੀ ਧਾਰ ਨਹੀਂ ਲਾ ਸਕਦੇ। ਸੋ ਅਗਰੈਸਿਵ ਕਣ ਉਹ ਜਿਹੜਾ ਮਟੀਰੀਅਲ ਆ ਤੁਹਾਡਾ ਉਹਨੂੰ ਨਹੀਂ ਰਗੜੇਗਾ, ਐਜ ਇਟ ਇਜ਼ ਉਹਨੂੰ ਵੈਸੇ ਹੀ ਉੱਪਰ ਜਿਹੜੀ ਆ ਲਾਈਨਾਂ ਮਾਰੀ ਜਾਏਗਾ, ਲੇਕਿਨ ਉਹਨੂੰ ਰਗੜੇਗਾ ਨਹੀਂ, ਉਹਨੂੰ ਕਟਿੰਗ ਉਹਦੀ ਨਹੀਂ ਕਰੇਗਾ। ਸੋ ਇਸ ਕਰਕੇ ਉੱਥੇ ਸੌਫਟ ਗ੍ਰੇਡ ਦਾ ਵੀਲ ਚਾਹੀਦਾ ਹੁੰਦਾ, ਜਿੱਥੇ ਅਗਰੈਸਿਵ ਕਣਾਂ ਨੂੰ ਜਿੰਨ ਮਜ਼ਬੂਤੀ ਨਾਲ ਨਾ ਪਕੜਿਆ ਹੋਵੇ। ਸੋ ਉਹਦੇ ਨਾਲ ਕੀ ਆ, ਜਿਵੇਂ ਹੀ ਉਹਦੇ ਕਣ ਜਿਹੜੇ ਆ ਉਹਨਾਂ ਦੀ ਧਾਰ ਖਤਮ ਹੋਏਗੀ, ਜਿੱਦਾਂ ਉਹ ਕਟਿੰਗ ਕਰਦਾ, ਉਹ ਨਾਲ ਸੌਫਟ ਗ੍ਰੇਡ ਹੋਣ ਦੀ ਵਜ੍ਹਾ ਦੇ ਨਾਲ ਉਹ ਨਾਲ ਝੜੀ ਵੀ ਜਾਣਗੇ, ਤਾਂ ਥੱਲੇ ਜਿਹੜੇ ਨਵੇਂ ਕਣ ਹੈਗੇ ਆ ਅਗਰੈਸਿਵ ਕਣ ਉਹ ਅੱਗੇ ਆਈ ਜਾਣਗੇ, ਤਾਂ ਸਾਡੀ ਕਟਿੰਗ ਜਿਹੜੀ ਆ ਉਹ ਕਰੀ ਜਾਏਗਾ। ਇਸੇ ਕਰਕੇ ਅਸੀਂ ਜਿਹੜੇ ਸੌਫਟ ਗ੍ਰੇਡ ਦੇ ਵੀਲ ਜਿਹੜੇ ਆ ਉਹ ਯੂਜ਼ ਕਰਦੇ ਆ, ਜਿਹੜੀਆਂ ਸਾਡੀਆਂ ਕਾਰਬਾਈਡ ਦੀਆਂ ਟਿੱਪਾਂ ਹੈਗੀਆਂ ਆ। ਅਗਲਾ ਹੈਗਾ ਸਟਰਕਚਰ। ਹੁਣ ਸਟਰਕਚਰ ਕੀ ਆ? ਸਟਰਕਚਰ ਤੁਹਾਨੂੰ ਮੈਂ ਦੱਸਿਆ ਸੀ, ਸਟਰਕਚਰ ਹੈ ਉਹਦੀ ਬਣਾਵਟ, ਕਿ ਉਹ ਜਿਹੜੇ ਕਣ ਅਗਰੈਸਿਵ ਕਣ ਉਹ ਨੇੜੇ ਆ ਜਾਂ ਦੂਰ ਆ, ਉਹਨਾਂ 'ਚ ਕਿੰਨਾ ਕੁ ਆਪਸ ਵਿੱਚ ਡਿਫਰੈਂਸ ਹੈਗਾ, ਨੇੜੇ ਆ ਜਾਂ ਸੰਘਣੇ ਆ, ਯਾਨੀ ਕਿ ਜਾਂ ਦੂਰ ਆ। ਸੋ ਉਹ ਹੁੰਦੀ ਉਹਦੀ ਸਟਰਕਚਰ। ਫਾਰ ਸੌਫਟ ਮਟੀਰੀਅਲ ਓਪਨ ਸਟਰਕਚਰ, ਜਿਹੜੇ ਸੌਫਟ ਮਟੀਰੀਅਲ ਆ ਉਹਨਾਂ ਦੇ ਲਈ ਓਪਨ ਸਟਰਕਚਰ ਦੇ ਚਾਹੀਦੇ ਆ, ਯਾਨੀ ਕਿ ਕਣ ਉਹਦੇ ਜਿਹੜੇ ਆ ਉਹਨਾਂ ਦੇ ਵਿੱਚ ਜਗ੍ਹਾ ਚਾਹੀਦੀ ਆ, ਵਿਰਲ ਚਾਹੀਦੀ ਆ। ਸੋ ਉਹ ਜਿਹੜੇ ਆ ਅਸੀਂ ਉਹਨੂੰ ਓਪਨ ਸਟਰਕਚਰ ਕਹਿੰਦੇ ਆ। ਇੱਕ ਮੀਡੀਅਮ ਸਟਰਕਚਰ ਵੀ ਆਉਂਦਾ ਆ। ਸੋ ਅਸੀਂ ਉਸ ਹਿਸਾਬ ਦੇ ਨਾਲ ਅਸੀਂ ਜਿਹੜਾ ਆ ਉਹਦੀ ਸਟਰਕਚਰ ਅਸੀਂ ਸਿਲੈਕਟ ਕਰ ਸਕਦੇ ਆ। ਸੋ ਜਿਹੜਾ ਹਾਰਡ ਮਟੀਰੀਅਲ ਵਾ ਇਹਦੇ ਲਈ ਡੈਂਸ ਸਟਰਕਚਰ ਸਾਨੂੰ ਚਾਹੀਦੇ ਆ। ਮਟੀਰੀਅਲ ਜਿਹੜਾ ਹਾਰਡ ਵਾ ਉਹਦੇ ਵਾਸਤੇ ਅਸੀਂ ਕੀ ਕਰਾਂਗੇ, ਜਿਹੜੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਡੈਂਸ ਵਾ, ਨੇੜੇ ਹੈਗੇ ਆ, ਉਹ ਅਸੀਂ ਕਣਾਂ ਵਾਲਾ ਜਿਹੜਾ ਆ ਅਗਰੈਸਿਵ ਕਣਾਂ ਵਾਲਾ ਸਟਰਕਚਰ ਜਿਹੜੀ ਆ ਉਹ ਯੂਜ਼ ਕਰਾਂਗੇ, ਕਿਉਂਕਿ ਹਾਰਡ ਮਟੀਰੀਅਲ ਵਾ ਜਿਹੜਾ ਆ ਉਹਨੂੰ ਜਦੋਂ ਕੱਟਣਾ ਆ ਤੇ ਉਹਦੇ ਨਾਲ ਕੀ ਆ, ਉਹ ਸਾਰੇ ਕਣਾਂ ਦੇ ਥੋੜਾ ਹਿੱਸੇ ਆਏਗਾ, ਕਿਉਂਕਿ ਉਹ ਮਟੀਰੀਅਲ ਜਿਹੜਾ ਆ ਬਹੁਤ ਥੋੜਾ ਕੱਟ ਹੋਣਾ। ਸੋ ਉਹ ਜਿਹੜੇ ਕਣ ਆ ਤੁਹਾਡੇ ਉਹਨਾਂ ਨੂੰ ਕੱਟੇਗਾ, ਉਹਨਾਂ ਦੀਆਂ ਧਾਰਾਂ ਹੋਣਗੀਆਂ, ਜਿੰਨੇ ਜ਼ਿਆਦਾ ਹੋਣਗੇ। ਤਾਂ ਇਸ ਕਰਕੇ ਜਿਹੜੇ ਆ ਹਾਰਡ ਮਟੀਰੀਅਲ ਲਈ ਡੈਂਸ ਸਟਰਕਚਰ ਜਿਹੜੀ ਆ ਉਹ ਸਾਨੂੰ ਜ਼ਰੂਰਤ ਹੈਗੀ ਆ। ਸੋ ਦੂਸਰਾ ਹੈਗਾ ਆ ਕਿ ਅਸੀਂ ਜਦੋਂ ਸਿਲੈਕਸ਼ਨ ਕਰਨੀ ਵੀਲ ਦੀ, ਦਾ ਅਮਾਊਂਟ ਆਫ ਮਟੀਰੀਅਲ ਟੂ ਬੀ ਰਿਮੂਵਡ, ਜਿਹੜਾ ਅਸੀਂ ਮਟੀਰੀਅਲ ਵਾ ਉਹ ਕਿੰਨੀ ਕੁ ਮਾਤਰਾ ਦੇ ਵਿੱਚ ਅਸੀਂ ਉੱਪਰੋਂ ਲਾਉਣਾ ਆ। ਅਸੀਂ ਯਾਨੀ ਕਿ ਜ਼ਿਆਦਾ ਮਟੀਰੀਅਲ ਕੱਟਣਾ ਜਾਂ ਥੋੜ੍ਹਾ ਕੱਟਣਾ, ਅਸੀਂ ਰਾਫ ਕੱਟ ਲਾਉਣੇ ਜਾਂ ਫਿਨਿਸ਼ਿੰਗ ਕਰਨੀ ਆ। ਸੋ ਉਹਦੇ ਹਿਸਾਬ ਦੇ ਨਾਲ ਵੀ ਅਸੀਂ ਜਿਹੜੇ ਆ ਉਹ ਅਗਰੈਸਿਵ ਜਿਹੜੇ ਗ੍ਰੇਨ ਸਾਈਜ਼ ਵਾ ਜਾਂ ਸਟਰਕਚਰ ਵਾ ਉਹ ਵੀਲ ਦੀ ਉਹ ਸਿਲੈਕਟ ਕਰਦੇ ਆ, ਯਾਨੀ ਕਿ ਵੀਲ ਉਸ ਹਿਸਾਬ ਦੇ ਨਾਲ ਵੀ ਸਿਲੈਕਟ ਕਰਦੇ ਆ। ਹੁਣ ਨੈਕਸਟ ਜਿਹੜਾ ਆ ਗਿਆ ਸਾਡੇ ਕੋਲ ਇਹਦੇ ਵਿੱਚ ਗ੍ਰੇਨ ਸਾਈਜ਼, ਕਿਉਂਕਿ ਗ੍ਰੇਨ ਸਾਈਜ਼ ਜਿਹੜਾ ਆ ਇੱਥੇ ਬੜਾ ਇੰਪੋਰਟੈਂਟ ਵਾ ਇਹਦੇ ਲਈ, ਕਿ ਫਾਰ ਰਫ ਕਟਿੰਗ ਕੋਰਸ ਗ੍ਰੇਨ, ਯਾਨੀ ਕਿ ਜਿਹੜਾ ਤਾਂ ਰਫ ਕਟਿੰਗ ਵਾ ਉਹਦੇ ਵਾਸਤੇ ਸਾਨੂੰ ਕੋਰਸ ਗ੍ਰੇਨ ਚਾਹੀਦਾ। ਹੁਣ ਜਿਹੜਾ ਗ੍ਰੇਨ ਦਾ ਸਾਈਜ਼ ਵਾ ਨਾ, ਜਿਹੜਾ ਅਗਰੈਸਿਵ ਕਣ ਦਾ ਸਾਈਜ਼ ਵਾ ਉਹ ਜਿੰਨਾ ਮੋਟਾ ਹੋਈ ਜਾਏਗਾ ਉਹਨੂੰ ਅਸੀਂ ਕੋਰਸ ਕਹਿੰਦੇ, ਜਿਹੜੇ ਸਭ ਤੋਂ ਮੋਟੇ ਹੈਗੇ ਆ। ਸੋ ਉਹ ਮੋਟੇ ਦਾਣੇ ਜਿਹੜੇ ਉਹਦੇ ਹੋਣਗੇ ਤੇ ਉਹਨੂੰ ਅਸੀਂ ਕਹਿ ਦਿੰਦੇ ਕੋਰਸ ਗ੍ਰੇਨ, ਕਿਉਂਕਿ ਰਾਫ ਕਟਿੰਗ ਕਰਨੀ ਆ ਉਹ ਮੋਟੇ ਹੋਣਗੇ। ਸੋ ਉਹ ਕੱਟ ਜਿਹੜੇ ਆ ਉਹ ਜ਼ਿਆਦਾ ਲਾਉਣਗੇ, ਔਰ ਉਹਦੀ ਜਿਹੜੀ ਸਟਰਕਚਰ ਵਾ ਉਹ ਜਿਹੜੀ ਹੈਗੀ ਆ ਖੁੱਲੀ ਹੋਏਗੀ, ਓਪਨ ਸਟਰਕਚਰ ਦੇ ਵਿੱਚ ਫਿੱਟ ਹੋਣਗੇ। ਤਾਂ ਕੱਟ ਜਿਹੜੇ ਆ ਉਹ ਮੋਟੇ ਲੱਗਣਗੇ, ਚਿਪਸ ਜਿਹੜੇ ਉਹ ਵੱਡੇ ਕੱਟ ਹੋਣਗੇ। ਤਾਂ ਉਹਦੇ ਨਾਲ ਕੀ ਆ, ਜ਼ਿਆਦਾ ਮਟੀਰੀਅਲ ਸਾਡਾ ਕੱਟ ਹੋਏਗਾ। ਫਾਰ ਫਿਨਿਸ਼ਿੰਗ ਦੇ ਲਈ, ਜਿੱਥੇ ਸਾਨੂੰ ਫਿਨਿਸ਼ਿੰਗ ਚਾਹੀਦੀ ਆ, ਫਿਨਿਸ਼ਿੰਗ ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜੀ ਅਸੀਂ ਫਿਨਿਸ਼ਿੰਗ ਜਦੋਂ ਕਰਨੀ ਹੁੰਦੀ ਉਹਦੇ ਲਈ ਕੱਟ ਬੜੇ ਹਲਕੇ ਲਾਏ ਜਾਂਦੇ ਆ। ਕੱਟ ਜਿਹੜੀ ਉਹ ਉੱਥੇ ਮਟੀਰੀਅਲ ਅਸੀਂ ਫਿਨਿਸ਼ਿੰਗ ਵੇਲੇ ਘੱਟ ਕਟਿੰਗ ਕਰਨਾ ਹੁੰਦਾ। ਸੋ ਉਹਦੇ ਬੇਸ 'ਤੇ ਸਾਨੂੰ ਫਾਈਨ ਗ੍ਰੇਨ ਚਾਹੀਦੇ ਆ, ਯਾਨੀ ਕਿ ਬਰੀਕ ਦਾਣੇ ਵਾਲਾ ਜਿਹੜਾ ਹੈਗਾ ਆ ਉਹ ਚਾਹੀਦਾ, ਅਕੋਰਡਿੰਗ ਟੂ ਤੁਹਾਡੀ ਫਿਨਿਸ਼ਿੰਗ ਦੇ ਹਿਸਾਬ ਨਾਲ ਤੁਸੀਂ ਕਿੰਨੀ ਫਿਨਿਸ਼ਿੰਗ ਤੱਕ ਲੈ ਕੇ ਜਾਣਾ ਆ ਉਹਨੂੰ। ਸੋ ਉਸ ਹਿਸਾਬ ਦੇ ਨਾਲ ਉਹਦੀ ਫਾਈਨ ਗ੍ਰੇਨ ਹੁੰਦਾ, ਵੈਰੀ ਫਾਈਨ ਹੁੰਦੇ ਆ, ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀ ਇਹ ਨੰਬਰ ਜਿਹੜੇ ਆ ਉਹ ਹੁੰਦੇ ਆ ਦਾਣਿਆਂ ਦੇ, ਗ੍ਰੇਨ ਦੇ ਜਿਹੜੇ ਆ ਨੰਬਰਸ ਹੁੰਦੇ ਆ, ਉਹਦੇ ਹਿਸਾਬ ਨਾਲ ਅਸੀਂ ਸਿਲੈਕਟ ਕੀਤਾ ਜਾਂਦਾ ਕਿੱਥੇ ਤੋਂ ਕਿੱਥੇ ਨੰਬਰ ਤੱਕ ਫਾਈਨ ਵਾ, ਕਿੱਥੇ ਤੋਂ ਕਿੱਥੇ ਵੈਰੀ ਫਾਈਨ ਵਾ, ਸੋ ਕਿੱਥੇ ਤੋਂ ਕਿੱਥੇ ਮੀਡੀਅਮ ਆ, ਤਾਂ ਕਿੱਥੇ ਤੋਂ ਕਿੱਥੇ ਕੋਰਸ ਗ੍ਰੇਨ ਹੈਗਾ ਆ।
ਨੈਕਸਟ ਆ ਗਿਆ ਇਹਦੀ ਜਿਹੜੀ ਸਿਲੈਕਸ਼ਨ ਜਦੋਂ ਅਸੀਂ ਕਰਨੀ ਆ ਉਹਦੇ ਵਿੱਚ ਸਟਰਕਚਰ ਦੇਖਣੀ ਹੁੰਦੀ ਆ ਭਈ ਸਟਰਕਚਰ ਕਿਹੋ ਜਿਹੀ ਆ। ਫਾਰ ਰਫ ਕਟਿੰਗ, ਜੇ ਅਸੀਂ ਰਫ ਕੱਟ ਲਾਉਣੇ ਆ ਯਾਨੀ ਕਿ ਮਟੀਰੀਅਲ ਜ਼ਿਆਦਾ ਕੱਟਣਾ ਆ, ਫਿਰ ਅਸੀਂ ਜਿਹੜੀ ਆ ਉਹਦੇ ਵਿੱਚ ਓਪਨ ਸਟਰਕਚਰ ਦਾ ਜਿਹੜਾ ਆ ਵੀਲ ਯੂਜ਼ ਕਰਨਾ ਆ। ਉਹ ਕੀ ਕਰੇਗਾ, ਉਹ ਭਾਰੇ ਭਾਰੇ ਕੱਟ ਲਾਏਗਾ ਤੇ ਰਫ ਕਟਿੰਗ ਕਰ ਦੇਗਾ ਉਹ ਸਾਡੀ, ਠੀਕ ਹੈ ਜੀ। ਤੇ ਜਿਹੜੇ ਫਿਨਿਸ਼ਿੰਗ ਦੇ ਲਈ ਆ ਉਹਦੇ 'ਚ ਡੈਂਸ ਸਟਰਕਚਰ ਵਾਲਾ ਚਾਹੀਦਾ ਆ, ਉਹ ਨੇੜੇ ਨੇੜੇ ਸਟਰਕਚਰ ਚਾਹੀਦੀ ਆ। ਇਹ ਸੀਗਾ ਵੀ ਜੇ ਮਟੀਰੀਅਲ ਕਿੰਨਾ ਰਿਮੂਵ ਕਰਨਾ ਆ ਅਸੀਂ ਉਹਦੇ ਹਿਸਾਬ ਦੇ ਨਾਲ ਆਪਾਂ ਗ੍ਰੇਨ ਸਾਈਜ਼ ਤੇ ਸਟਰਕਚਰ ਕਿਵੇਂ ਸਿਲੈਕਟ ਕਰਨੀ ਆ। ਹੁਣ ਤੀਸਰਾ ਆ ਗਿਆ ਫੈਕਟਰ ਜਿਹੜਾ ਆਪਾਂ ਲਿਖਿਆ ਆ ਜਿਹਦੇ ਤੇ ਜਿਹੜਾ ਪ੍ਰਭਾਵਿਤ ਕਰਦਾ ਦਾ ਸਰਫੇਸ ਫਿਨਿਸ਼ ਰਿਕੁਆਇਰਡ, ਕਿ ਸਰਫੇਸ ਆਪਾਂ ਨੂੰ ਕਿਹੋ ਜਿਹੀ ਚਾਹੀਦੀ ਆ, ਠੀਕ ਹੈ ਜੀ। ਸਰਫੇਸ ਕਿੱਦਾਂ ਦੀ ਰਿਕੁਆਇਰਡ ਵਾ, ਕਿਹੋ ਜਿਹੀ ਅਸੀਂ ਫਿਨਿਸ਼ਿੰਗ ਕਰਨੀ ਆ। ਫਾਰ ਰਫ ਫਿਨਿਸ਼ਿੰਗ ਕੋਰਸ ਗ੍ਰੇਨ ਐਂਡ ਓਪਨ ਸਟਰਕਚਰ, ਠੀਕ ਹੈ ਜੀ। ਜਿਹੜਾ ਰਫ ਫਿਨਿਸ਼ਿੰਗ ਹੈਗੀ ਆ ਉਹਦੇ ਲਈ ਕੋਰਸ ਗ੍ਰੇਨ ਚਾਹੀਦਾ ਆ ਤੇ ਓਪਨ ਸਟਰਕਚਰ ਚਾਹੀਦੇ ਆ, ਯਾਨੀ ਕਿ ਦਾਣੇ ਮੋਟੇ ਮੋਟੇ ਤਾਂ ਸਟਰਕਚਰ ਉਹਦੀ ਆ ਉਹ ਖੁੱਲੀ ਖੁੱਲੀ ਹੋਵੇ, ਉਹ ਸਾਨੂੰ ਰਫ ਫਿਨਿਸ਼ਿੰਗ ਲਈ ਚਾਹੀਦੇ ਆ। ਫਾਰ ਹਾਈ ਫਿਨਿਸ਼ਿੰਗ, ਜਿਹੜੀ ਹਾਈ ਫਿਨਿਸ਼ਿੰਗ ਹੈਗੀ ਆ ਜਿਹਦੇ ਤੇ ਅਸੀਂ ਫਿਨਿਸ਼ਿੰਗ ਕਰਨੀ ਆ, ਜ਼ਿਆਦਾ ਫਿਨਿਸ਼ਿੰਗ ਕਰਨੀ ਆ, ਉਹਦੇ ਤੇ ਫਾਈਨ ਗ੍ਰੇਨ ਤੇ ਡੈਂਸ ਸਟਰਕਚਰ ਸਾਨੂੰ ਚਾਹੀਦੀ ਆ। ਦਾਣੇ ਉਹਦੇ ਗ੍ਰੇਨ ਦਾ ਸਾਈਜ਼ ਬਰੀਕ ਹੋਵੇ ਤੇ ਸਟਰਕਚਰ ਜਿਹੜੀ ਆ ਉਹ ਡੈਂਸ ਹੋਵੇ, ਯਾਨੀ ਕਿ ਸੰਘਣੇ ਦਾਣੇ ਹੋਣ, ਨੇੜੇ ਨੇੜੇ ਹੋਣ। ਫਿਰ ਨੈਕਸਟ ਆ ਗਿਆ ਜੀ ਇਹਦੇ 'ਚ ਫੈਕਟਰ ਜਿਹੜਾ ਪ੍ਰਭਾਵਿਤ ਕਰਦਾ ਆ ਉਹ ਹੈ ਏਰੀਆ ਆਫ ਕੰਟੈਕਟ, ਯਾਨੀ ਕਿ ਜਿਹੜਾ ਤੁਸੀਂ ਮਟੀਰੀਅਲ ਨੂੰ ਕਰਨਾ ਹੈਗਾ ਆ, ਗ੍ਰਾਈਂਡ ਕਰਨਾ ਆ, ਉਹਦੇ ਵਿੱਚ ਉਹ ਮਟੀਰੀਅਲ ਜਿਹੜਾ ਆ ਉਸ ਵੀਲ ਦੇ ਨਾਲ ਕਿੰਨਾ ਕੁ ਨਾਲ ਲੱਗਣਾ ਆ, ਉਹਦੇ ਜਿਹੜੀ ਸਤ੍ਹਾ ਆ ਉਹ ਕਿੰਨੇ ਕੁ ਉਹਦੇ ਨਾਲ ਟੱਚ ਹੋਣੀ ਆ, ਉਸ ਹਿਸਾਬ ਦੇ ਨਾਲ ਵੀ ਜਿਹੜਾ ਆ ਉਹਦੀ ਸਿਲੈਕਸ਼ਨ ਕੀਤੀ ਜਾਂਦੀ ਆ। ਵੈਨ ਦਾ ਏਰੀਆ ਆਫ ਕੰਟੈਕਟ ਇਜ਼ ਮੋਰ a soft grade and coarse grain wheel is to be selected, ਜੇ ਸਾਡਾ ਏਰੀਆ ਜਿਹੜਾ ਹੈਗਾ ਆ ਜ਼ਿਆਦਾ ਕੰਟੈਕਟ ਦੇ ਵਿੱਚ ਆਉਣਾ, ਫਿਰ ਅਸੀਂ ਜਿਹੜਾ ਸੌਫਟ ਗ੍ਰੇਡ ਦਾ ਤੇ ਕੋਰਸ ਗ੍ਰੇਨ ਵੀਲ ਜਿਹੜਾ ਆ ਉਹ ਸਿਲੈਕਟ ਕੀਤਾ ਜਾਂਦਾ ਆ। ਸੌਫਟ ਗ੍ਰੇਡ ਤੇ ਕੋਰਸ ਗ੍ਰੇਨ ਵੀਲ ਸਿਲੈਕਟ ਕੀਤਾ ਜਾਂਦਾ ਜੇ ਏਰੀਆ ਅਸੀਂ ਜ਼ਿਆਦਾ ਕਵਰ ਕਰਨਾ ਹੋਵੇ, ਜੇ ਏਰੀਆ ਨਾਲ ਜ਼ਿਆਦਾ ਟੱਚ ਕਰਦਾ ਆ ਤਾਂ। ਫਾਰ ਲੈਸ ਏਰੀਆ ਕੰਟੈਕਟ, ਜੇ ਲੈਸ ਏਰੀਆ ਕਰਦਾ ਆ, ਘੱਟ ਏਰੀਆ ਕੰਟੈਕਟ ਦੇ ਵਿੱਚ ਆਉਂਦਾ ਆ ਵੀਲ ਦੇ, ਫਿਰ ਅਸੀਂ ਕੀ ਕਰਨਾ ਆ, ਸਿਲੈਕਟ ਹਾਰਡ ਗ੍ਰੇਡ ਐਂਡ ਫਾਈਨ ਗ੍ਰੇਨ ਵੀਲ, ਫਿਰ ਅਸੀਂ ਉੱਥੇ ਜਿਹੜਾ ਆ ਉਹ ਹਾਰਡ ਗ੍ਰੇਡ ਦਾ ਤੇ ਫਾਈਨ ਗ੍ਰੇਨ ਦਾ ਜਿਹੜਾ ਵੀਲ ਆ ਉਹਨੂੰ ਅਸੀਂ ਸਿਲੈਕਟ ਕਰਨਾ ਆ। ਇਹ ਧਿਆਨ ਰੱਖਣ ਦੇ ਵਿੱਚ ਗੱਲਾਂ ਹੈਗੀਆਂ। ਪੰਜਵਾਂ ਨੰਬਰ ਹੁਣ ਜਿਹੜਾ ਅੱਗੇ ਮੈਂ ਬਣਾਇਆ ਹੈਗਾ ਆ ਉਹ ਹੈਗਾ ਆ ਟਾਈਪ ਆਫ ਗ੍ਰਾਈਂਡਿੰਗ ਆਪਰੇਸ਼ਨ। ਜਿਹੜਾ ਗ੍ਰਾਈਂਡਿੰਗ ਆਪਰੇਸ਼ਨ ਵਾ ਉਹ ਕਿਹੋ ਜਿਹਾ ਹੈਗਾ, ਉਹ ਕਿਹੜੇ ਕਿਸਮ ਦਾ ਹੈਗਾ। ਦਾ ਵੀਲ ਸ਼ੇਪ ਐਂਡ ਸਾਈਜ਼ ਆਰ ਟੂ ਬੀ ਸਿਲੈਕਟਡ ਔਨ ਬੇਸਿਸ ਆਫ ਦਾ ਗ੍ਰਾਈਂਡਿੰਗ ਆਪਰੇਸ਼ਨ ਸੱਚ ਐਜ਼ ਸਰਫੇਸ ਸਿਲੰਡਰੀਕਲ ਔਰ ਟੂਲ ਗ੍ਰਾਈਂਡਿੰਗ, ਯਾਨੀ ਕਿ ਜਿਹੜਾ ਵੀਲ ਦੀ ਸ਼ੇਪ ਆ ਤਾਂ ਉਹਦਾ ਸਾਈਜ਼ ਆ ਉਹ ਇਹਨੂੰ ਦੇਖ ਕੇ ਵੀ ਸਿਲੈਕਟ ਕੀਤਾ ਜਾਂਦਾ ਆ ਕਿ ਜਿਹੜੀ ਅਸੀਂ ਰਗੜਾਈ ਕਰਨੀ ਆ, ਜਿਹੜਾ ਅਸੀਂ ਆਪਰੇਸ਼ਨ ਕਰਨਾ ਆ ਉਹ ਕਿੱਦਾਂ ਦਾ ਹੈਗਾ ਆ, ਉਹ ਅਸੀਂ ਸਰਫੇਸ ਕਰਨੀ ਆ ਜਾਂ ਸਿਲੰਡਰੀਕਲ ਜਿਹੜੀ ਜੋਬ ਕਰਨੀ ਆ ਅਸੀਂ ਉਹਨੂੰ ਕਰਨਾ ਹੈਗਾ ਆ, ਜਾਂ ਅਸੀਂ ਟੂਲ ਗ੍ਰਾਈਂਡਿੰਗ ਕਰਨਾ ਆ। ਇਹ ਦੇਖ ਕੇ ਵੀ ਜਿਹੜਾ ਆ ਅਸੀਂ ਉਹਨੂੰ ਵੀਲ ਨੂੰ ਸਿਲੈਕਟ ਕਰਦੇ ਆ, ਉਹਦੇ ਵੀਲ ਨੂੰ ਸਿਲੈਕਟ ਕਰਦੇ, ਯਾਨੀ ਕਿ ਵੀਲ ਦੀ ਸ਼ੇਪ ਤੇ ਉਹਦਾ ਸਾਈਜ਼ ਜਿਹੜਾ ਆ ਉਹ ਸਿਲੈਕਟ ਕਰਦੇ ਆ। ਨੈਕਸਟ ਆ ਗਿਆ 6ਵਾਂ ਨੰਬਰ ਦਾ ਟਾਈਪ ਐਂਡ ਕੰਡੀਸ਼ਨ ਆਫ ਦੀ ਮਸ਼ੀਨ। ਹੁਣ ਦੇਖੋ ਇੱਥੇ ਜਿਹੜੀ ਆ ਇਹ 6ਵਾਂ ਨੰਬਰ ਮੈਂ ਬਣਾਇਆ ਹੋਇਆ ਟਾਈਪ ਤੇ ਕੰਡੀਸ਼ਨ ਆਫ ਦੀ ਮਸ਼ੀਨ, ਇਹ ਫੈਕਟਰ ਵੀ ਪ੍ਰਭਾਵਿਤ ਕਰਦਾ ਆ, ਪਰ ਨਾਲ ਹੀ ਇੱਥੇ ਇਹ ਵੀ ਹੈ ਕਿ ਜਿਹੜੀ ਕੰਡੀਸ਼ਨ ਹੈ ਮਸ਼ੀਨ ਦੀ ਉਹ ਗ੍ਰਾਈਂਡਿੰਗ ਦੇ ਲਈ ਅੱਛੀ ਹੀ ਹੋਣੀ ਚਾਹੀਦੀ ਆ, ਵਧੀਆ ਹੀ ਹੋਣੀ ਚਾਹੀਦੀ ਆ, ਕਿਉਂਕਿ ਗ੍ਰਾਈਂਡਿੰਗ ਆਪਰੇਸ਼ਨ ਜਿਹੜੇ ਹੈਗੇ ਆ ਜਾਂ ਗ੍ਰਾਈਂਡਰ ਵੀਲ ਹੈਗਾ ਆ ਇਹ ਸਪੀਡ ਦੇ ਨਾਲ ਘੁੰਮਦੇ ਆ, ਇਹ ਐਕਸੀਡੈਂਟ ਦੇ ਸਕਦੇ ਆ, ਨੁਕਸਾਨ ਕਰ ਸਕਦੇ ਆ। ਇੱਥੇ ਇਹ ਧਿਆਨ ਰੱਖਣ ਵਾਲਾ ਆ, ਇਹ ਨਹੀਂਗਾ ਕਿ ਸਾਡੀ ਮਸ਼ੀਨ ਬਿਲਕੁਲ ਮਾੜੀ ਆ ਤਾਂ ਅਸੀਂ ਉਹਦੇ ਤੇ ਉਹ ਵਾਈਬ੍ਰੇਸ਼ਨਾਂ ਕਰਦੀ ਆ, ਬੈਰਿੰਗ ਉਹਦੇ ਗਏ ਹੋਏ ਆ ਤਾਂ ਅਸੀਂ ਉਹਦੇ ਤੇ ਟੂਲ ਧਾਰਨਾ ਲਾਉਣ ਲਾ ਦਈਏ, ਇਹ ਨਹੀਂ ਹੁੰਦਾ। ਸਿਰਫ ਇੱਕ ਹੈ ਕਿ ਕੰਡੀਸ਼ਨ ਅਸੀਂ ਦੇਖਦੇ ਆ, ਉੱਦਾਂ ਆਮ ਕਈ ਜਗ੍ਹਾ ਤੇ ਜਿੱਥੇ ਹੈਗੀ ਆ ਕਿ ਕੰਡੀਸ਼ਨ ਸਾਡੀ ਕਿਹੋ ਜਿਹੀ ਆ, ਜਿਵੇਂ ਸਾਡੀ ਮਸ਼ੀਨ ਜਿਹੜੀ ਆ ਪੁਰਾਣੀ ਹੋ ਗਈ ਆ ਜਾਂ ਸਾਡੀ ਮਸ਼ੀਨ ਨਵੀਂ ਆ, ਉਹ ਦੇਖ ਕੇ ਵੀ ਅਸੀਂ ਜਿਹੜੀ ਆ ਉਹਨੂੰ ਅਸੀਂ ਸਿਲੈਕਟ ਕਰ ਸਕਦੇ ਆ। ਸੋ ਫਾਰ ਰਿਜਿਡ ਐਂਡ ਨਿਊ ਮਸ਼ੀਨ, ਜਿਹੜੀ ਮਜ਼ਬੂਤ ਆ ਮਸ਼ੀਨ
ਤੇ ਨਵੀਂ ਮਸ਼ੀਨ ਵਾ ਸਿਲੈਕਟ ਏ ਸੌਫਟ ਗ੍ਰੇਡ ਐਂਡ ਓਪਨ ਸਟਰਕਚਰ ਵੀਲ, ਯਾਨੀ ਕਿ ਜੇ ਤੁਹਾਡੀ ਮਸ਼ੀਨ ਭਾਰੀ ਹੈਗੀ ਆ, ਮਜ਼ਬੂਤ ਹੈਗੀ ਆ, ਤਾਂ ਉਹ ਜਾਂ ਨਵੀਂ ਹੈਗੀ ਆ, ਉਹਦੇ ਲਈ ਅਸੀਂ ਸੌਫਟ ਗ੍ਰੇਡ ਦਾ ਤੇ ਓਪਨ ਸਟਰਕਚਰ ਦਾ ਵੀਲ ਜਿਹੜਾ ਆ ਉਹ ਯੂਜ਼ ਕਰ ਸਕਦੇ ਆ, ਕਿਉਂਕਿ ਇਹਦੇ ਵਿੱਚ ਕੀ ਆ, ਇਹਦੇ ਨਾਲ ਕੀ ਆ, ਉਹਦੇ 'ਚ ਨਵੇਂ ਮਸ਼ੀਨ 'ਤੇ ਜਾਂ ਜਿਹੜੀ ਮਜ਼ਬੂਤ ਹੈਗੀ ਆ ਉਹਦੇ 'ਤੇ ਝਟਕੇ ਨਹੀਂ ਜ਼ਿਆਦਾ ਪੈਂਦੇ, ਇਸ ਕਰਕੇ ਉੱਥੇ ਸੌਫਟ ਗ੍ਰੇਡ ਦਾ ਅਸੀਂ ਵੀਲ ਜਿਹੜਾ ਆ ਉਹ ਯੂਜ਼ ਕਰ ਸਕਦੇ ਹਾਂ। ਫਾਰ ਲਾਈਟ ਐਂਡ ਓਲਡ ਮਸ਼ੀਨਸ, ਜਿਹੜੀਆਂ ਹਲਕੀਆਂ ਆ, ਪੁਰਾਣੀਆਂ ਹੋ ਗਈਆਂ ਆ, ਠੀਕ ਹੈ ਜੀ, ਤੇ ਉਹਦੇ ਵਿੱਚ ਜਿਹੜੀ ਆ ਸਿਲੈਕਟ ਏ ਹਾਰਡ ਗ੍ਰੇਡ ਐਂਡ ਡੈਂਸ ਸਟਰਕਚਰ ਮੀਨ, ਉੱਥੇ ਜਿਹੜਾ ਆ ਅਸੀਂ ਸਿਲੈਕਟ ਕਰਨਾ ਆ ਹਾਰਡ ਗ੍ਰੇਡ ਦਾ ਤੇ ਡੈਂਸ ਸਟਰਕਚਰ ਦਾ, ਯਾਨੀ ਕਿ ਸੰਘਣਾ ਜਿਹੜਾ ਆ ਉਹਦੇ 'ਚ ਦਾਣੇ ਜਿਹੜੇ ਨੇੜੇ ਨੇੜੇ ਗ੍ਰੇਨ ਜਿਹੜੇ ਆ ਉਹਦੇ ਅਬਰੈਸਿਵ ਗ੍ਰੇਨ ਉਹ ਨੇੜੇ ਨੇੜੇ ਹੋਏਗਾ, ਡੈਂਸ ਸਟਰਕਚਰ ਹੋਏਗੀ, ਉਹ ਅਸੀਂ ਜਿਹੜਾ ਆ ਉਹ ਸਿਲੈਕਟ ਕਰਨਾ ਆ ਲਾਈਟ ਤੇ ਪੁਰਾਣੀ ਮਸ਼ੀਨਾਂ 'ਤੇ, ਤਾਂ ਕਿ ਸਾਨੂੰ ਜਿਹੜਾ ਆ ਉਹਦੇ ਨਾਲ ਉਹ ਵਾਈਬ੍ਰੇਸ਼ਨ ਜਾਂ ਕੋਈ ਪ੍ਰੋਬਲਮ ਆਉਣ ਨਾਲ ਸਾਡਾ ਜਿਹੜਾ ਆ ਉਹ ਵੀਲ ਟੁੱਟੇ ਨਾ ਜਾਂ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ। ਸੋ ਇਹ ਸੀਗੀਆਂ ਜਿਹੜੀਆਂ 6 ਕੰਡੀਸ਼ਨਾਂ ਇਹਦੇ ਵਾਸਤੇ। ਤੋਂ ਅਗਲਾ ਜਿਹੜਾ ਹੈਗਾ ਆ ਦਾ ਵੀਲ ਆਫ ਸਪੀਡ, ਦਾ ਵੀਲ ਸਪੀਡ, ਠੀਕ ਹੈ ਜੀ, ਵੀਲ ਦੀ ਜਿਹੜੀ ਸਪੀਡ ਹੈਗੀ ਆ ਉਹ ਕਿੰਨੀ, ਅਗਲਾ ਜਿਹੜਾ ਹੈਗਾ ਆ ਦਾ ਵੀਲ ਸਪੀਡ। ਸੋ ਵੀਲ ਦੀ ਸਪੀਡ ਜਿਹੜੀ ਆ ਉਹ ਕਿੰਨੀ ਹੈਗੀ ਆ, ਉਹ ਸਾਨੂੰ ਕਿੰਨੇ ਤੇ ਅਸੀਂ ਸਪੀਡ ਤੇ ਚਲਾਉਣਾ ਆ, ਕਿਉਂਕਿ ਜਦੋਂ ਜਿਹੜਾ ਇੰਡਸਟਰੀ ਦੇ ਵਿੱਚ ਜਾਂ ਕਿਤੇ ਯੂਜ਼ ਕਰਦੇ ਆ ਤਾਂ ਵਰਕਰ ਕਈ ਵਾਰੀ ਕੀ ਕਰਦੇ ਆ, ਉਹਨਾਂ ਨਾਲ ਵੱਧ ਮਟੀਰੀਅਲ ਕੱਟਣਾ ਹੁੰਦਾ ਤੇ ਉਹ ਜਾਂ ਪ੍ਰੋਡਕਸ਼ਨ ਜ਼ਿਆਦਾ ਲੈਣੀ ਹੁੰਦੀ, ਤਾਂ ਉਹ ਫਿਰ ਕੀ ਕਰਦੇ ਆ, ਸਪੀਡ ਤੇ ਚਲਾਉਂਦੇ ਆ ਉਹਨੂੰ। ਸਪੀਡ ਤੇ ਚਲਾਉਣ ਨਾਲ ਕੀ ਆ, ਤੇਜ਼ੀ ਨਾਲ ਮਟੀਰੀਅਲ ਕੱਟਿਆ ਜਾਂਦਾ। ਅੱਜ ਕੱਲ੍ਹ ਜਿਹੜਾ ਬਹੁਤ ਇੰਡਸਟਰੀਆਂ ਦੇ ਵਿੱਚ ਅੱਗੇ ਕੰਟਰੈਕਟ ਤੇ ਦਿੱਤਾ ਹੁੰਦਾ, ਠੇਕੇ ਤੇ ਦਿੱਤਾ ਆ ਹੁੰਦਾ। ਸੋ ਇਸ ਤਰੀਕੇ ਦੇ ਨਾਲ ਵਰਕਰ ਵੀ ਚਾਹੁੰਦਾ ਆ ਕਿ ਮੇਰੀ ਮਸ਼ੀਨ ਜਿਹੜੀ ਆ ਜ਼ਿਆਦਾ ਤੇਜ਼ੀ ਨਾਲ ਚੱਲੇ, ਮੇਰਾ ਜ਼ਿਆਦਾ ਮਟੀਰੀਅਲ ਮੈਂ ਕੱਟ ਪਾਵਾਂ, ਤੇ ਕੰਪਨੀ ਵੀ ਚਾਹੁੰਦੀ ਹੁੰਦੀ ਆ ਕਿ ਪ੍ਰੋਡਕਸ਼ਨ ਮੇਰੀ ਵੱਧ ਜਾਵੇ। ਸੋ ਉਸ ਤਰੀਕੇ ਦੇ ਨਾਲ ਜਿਹੜੀ ਆ ਉਹ ਜਿਹੜੀ ਕੰਪਨੀ ਹੈਗੀ ਆ ਜਿਹਨ ਵੀਲ ਤਿਆਰ ਕਰਨਾ ਆ, ਉਹਨੂੰ ਦੇਖ ਕੇ ਵੀਲ ਨੂੰ ਜਿਹੜਾ ਆ ਉਸ ਤਰੀਕੇ ਦੇ ਉਹਦਾ ਅਬਰੈਸਿਵ ਜਾਂ ਉਹਦਾ ਵੀਲ ਜਿਹੜਾ ਆ ਉਹ ਬਣਾ ਦਿੰਦੀ ਆ, ਤੇ ਉਹਦੀ ਉਹਨਾਂ ਦੀ ਸਪੀਡ ਦੇ ਅਕੋਰਡਿੰਗ ਜਿਹੜੀ ਆ ਜਿੰਨੀ ਉਹ ਉਹਨਾਂ ਨੂੰ ਮਾਰਕੀਟ ਦੇ ਵਿੱਚ ਰਿਕੁਆਇਰਡ ਹੈਗੀ ਆ, ਸੋ ਉਸ ਹਿਸਾਬ ਨਾਲ ਵੀਲ ਜਿਹੜਾ ਤਿਆਰ ਕਰ ਦਿੰਦੀ ਆ, ਔਰ ਉਸ ਵੀਲ ਦੇ ਉੱਪਰ ਹੀ ਉਹਦੀ ਸਪੀਡ ਲਿਖੀ ਜਾਂਦੀ ਆ। ਸਪੀਡ ਜਿਹੜੇ ਆ ਮੈਨੂਫੈਕਚਰਰ ਉੱਪਰ ਲਿਖਦਾ ਆ ਜਿਹੜਾ ਵੀਲ ਨੂੰ ਬਣਾਉਂਦਾ ਆ। ਸੋ ਜਿਹੜੀ ਸਪੀਡ ਉਹਦੀ ਆ ਉਹਦੇ ਤੋਂ ਵੱਧ ਤੇ ਕਦੀ ਨਹੀਂ ਚਲਾਉਣਾ ਚਾਹੀਦਾ। ਕਈ ਵਾਰੀ ਕੀ ਕਰਦੇ ਆ ਵਰਕਰ ਜਿਹੜੇ ਆ ਜਾਂ ਜਾ ਕੇ ਉੱਥੇ ਇੰਡਸਟਰੀ 'ਚ ਜਾਂ ਜਿੱਥੇ ਵਰਕਸ਼ਾਪ ਦੇ ਵਿੱਚ ਲੱਗਣਾ ਉੱਥੇ ਸਪੀਡ ਉਹਨੂੰ ਵੱਧ ਤੇ ਚਲਾ ਦਿੰਦੇ ਆ, ਫਿਰ ਉਹ ਖਤਰਨਾਕ ਹੋ ਜਾਂਦੇ ਆ, ਉਹ ਟੁੱਟ ਜਾਂਦੇ ਆ, ਉਹ ਐਕਸੀਡੈਂਟ ਉਹਨਾਂ ਦਾ ਹੋ ਜਾਂਦਾ। ਸੋ ਇਸ ਕਰਕੇ ਜਿਹੜੀ ਆ ਇੱਥੇ ਮੈਂ ਤਾਂ ਇਹ ਜ਼ਰੂਰ ਕਹੂੰਗਾ ਕਿ ਜੋ ਵੀਲ ਦੇ ਉੱਪਰ ਸਪੀਡ ਜਿਹੜੀ ਲਿਖੀ ਹੋਈ ਆ ਤੁਸੀਂ ਉਹਦੇ ਅੰਡਰ ਹੀ ਚਲਾਉਣਾ, ਉਨੀ ਸਪੀਡ ਤੇ ਚਲਾਉਣਾ, ਉਹਦੇ ਤੋਂ ਵੱਧ ਤੇ ਨਹੀਂ ਚਲਾਉਣਾ, ਕਿਉਂਕਿ ਇਹ ਜਿਹੜੇ ਆ ਖਤਰਨਾਕ ਹੁੰਦੇ ਆ। ਸੋ ਅਸੀਂ ਉੱਦਾਂ ਸਪੀਡ ਕਿਵੇਂ ਅਸੀਂ ਇਹਦੀ ਕਰਦੇ ਹੈਗੇ ਆ, ਤਾਂ ਉੱਦਾਂ ਸੌਫਟ ਵੀਲ ਫਾਰ ਹਾਈ ਸਪੀਡ, ਜਿਹੜਾ ਸੌਫਟ ਵੀਲ ਆ ਉਹ ਹਾਈ ਸਪੀਡ ਲਈ ਅਸੀਂ ਵਰਤੋਂ ਕਰਦੇ ਹਾਂ, ਤੇ ਹਾਰਡ ਵੀਲ ਜਿਹੜਾ ਆ ਉਹ ਸਲੋ ਸਪੀਡ ਲਈ ਕਰਦੇ ਹਾਂ। ਹੁਣ ਤੁਸੀਂ ਕਹੋਗੇ ਜੀ ਕਿ ਕੁਐਸਚਨ ਤੁਹਾਡੇ ਮਨ ਵਿੱਚ ਆ ਸਕਦਾ ਕਿ ਜਿਹੜਾ ਸੌਫਟ ਵੀਲ ਆ ਉਹਨੂੰ ਅਸੀਂ ਤੇਜ਼ ਚਲਾਈਏ ਤੇ ਜਿਹੜਾ ਹਾਰਡ ਵਾ ਉਹਨੂੰ ਅਸੀਂ ਸਲੋ ਚਲਾਈਏ, ਇਹ ਕਿੱਦਾਂ ਹੋ ਸਕਦਾ ਜੀ? ਨਹੀਂ, ਇਹਦਾ ਵੀ ਇੱਕ ਲੌਜਿਕ ਵਾ, ਇਹਦਾ ਵੀ ਇੱਕ ਕਾਰਨ ਵਾ। ਸੋ ਸੌਫਟ ਵੀਲ ਜਿਹੜਾ ਆ ਉਹ ਜਦੋਂ ਅਸੀਂ ਹਾਈ ਸਪੀਡ ਦੇ ਉੱਪਰ ਚਲਾਵਾਂਗੇ ਤਾਂ ਸਾਡਾ ਜਿਹੜਾ ਆ ਉਹਦਾ ਕੱਟ ਵਾ, ਜਦੋਂ ਅਸੀਂ ਉਹਨੂੰ ਕੋਈ ਚੀਜ਼ ਦੀ ਅਸੀਂ ਗ੍ਰਾਈਂਡਿੰਗ ਕਰਦੇ ਹਾਂ ਜਾਂ ਉਹਨੂੰ ਕੱਟਦੇ ਹਾਂ ਤਾਂ ਉਹ ਕੀ ਹੋਏਗਾ, ਉਹ ਕੱਟ ਜਿਹੜਾ ਆ ਉਹ ਥੋੜ੍ਹਾ ਥੋੜ੍ਹਾ ਲੱਗੇਗਾ ਉਹਦੇ ਉੱਤੇ, ਕਿਉਂਕਿ ਸਪੀਡ ਤੇਜ਼ ਵਾ। ਜਿਵੇਂ ਤੁਸੀਂ ਲੇਥ ਮਸ਼ੀਨ 'ਤੇ ਜਦੋਂ ਫਿਨਿਸ਼ਿੰਗ ਕਰਨੀ ਹੁੰਦੀ ਆ ਤਾਂ ਕੀ ਕਰਦੇ ਆ, ਉੱਥੇ ਸਪੀਡ ਜਿਹੜੀ ਆ ਉਹ ਤੇਜ਼ ਕਰਦੇ ਆ ਤਾਂ ਕਿ ਉਹਦੇ ਹਿੱਸੇ ਜਿਹੜੀ ਆ ਕਟਿੰਗ ਘੱਟ ਆਵੇ ਤਾਂ ਉਹਦੇ ਨਾਲ ਫਿਨਿਸ਼ਿੰਗ ਆ ਜਾਂਦੀ ਆ। ਜੇ ਅਸੀਂ ਉਹਦੀ ਸਪੀਡ ਸਲੋ ਕਰ ਦੇਵਾਂਗੇ ਤਾਂ ਉਹਦੀ ਫਿਨਿਸ਼ਿੰਗ ਨਹੀਂ ਆਏਗੀ। ਸੋ ਇਸ ਤਰੀਕੇ ਦੇ ਨਾਲ ਕਿਉਂ ਨਹੀਂ ਆਏਗੀ? ਕਿਉਂਕਿ ਉਹ ਕੱਟ ਜਿਹੜੇ ਆ ਉਹ ਮੋਟੇ ਹੋ ਜਾਂਦੇ ਆ। ਸੋ ਇਸ ਕਰਕੇ ਜਿਹੜੇ ਆ ਇਹ ਸੌਫਟ ਵੀਲ ਜਿਹੜੇ ਆ ਉਹਨਾਂ ਨੂੰ ਤੇਜ਼ ਚਲਾਇਆ ਜਾਂਦਾ ਕਿ ਉਹਨਾਂ ਤੇ ਭਾਰੇ ਕੱਟ ਨਾ ਲੱਗਣ। ਉਹ ਕਟਿੰਗ ਜਿਹੜੀ ਆ ਉਹ ਥੋੜੀ ਕਿਉਂਕਿ ਤੇਜ਼ ਵਾ, ਜਦੋਂ ਉਹ ਘੁੰਮਦਾ ਆ ਤਾਂ ਉਹਦੇ ਹਿੱਸੇ ਜਿਹੜੀ ਆ ਉਹ ਥੋੜੀ ਜਿਹੜੀ ਆ ਕਟਿੰਗ ਆਏਗੀ, ਛੋਟੇ ਚਿਪਸ ਜਿਹੜੇ ਉਹ ਆਉਣਗੇ ਤਾਂ ਉਹਨਾਂ ਨੂੰ ਉਹ ਆਰਾਮ ਦੇ ਨਾਲ
ਕੱਟ ਦੇਗਾ, ਜਿਹਦੇ ਕਰਕੇ ਜਿਹੜਾ ਸਾਡਾ ਸੌਫਟ ਵੀਲ ਵਾ ਉੱਥੇ ਉਹ ਚੱਲ ਜਾਏਗਾ। ਜੇ ਅਸੀਂ ਸੌਫਟ ਵੀਲ ਨੂੰ ਸਲੋ ਸਪੀਡ ਤੇ ਚਲਾ ਦਿੱਤਾ ਤਾਂ ਜਦੋਂ ਤੁਸੀਂ ਗ੍ਰਾਈਂਡਿੰਗ ਕਰਨ ਲੱਗੇ ਉਹਦੇ ਨਾਲ ਕੀ ਹੋਣਾ ਆ, ਉਹਦੇ ਨਾਲ ਤੁਸੀਂ ਗ੍ਰਾਈਂਡਿੰਗ ਕੀਤੀ, ਤੁਹਾਡਾ ਨਾਲ ਹੱਥ ਲੱਗਾ, ਝਟਕੇ ਵੀ ਦੇ ਸਕਦੇ ਆ, ਤੇ ਨਾਲ ਜਿਹੜੀ ਹੈਗੀ ਆ ਤੁਹਾਨੂੰ ਉੱਥੇ ਕੱਟ ਵੀ ਉਹਦੇ ਮੋਟੇ ਹੋ ਸਕਦੇ, ਤਾਂ ਵੀਲ ਤੁਹਾਡਾ ਜਿਹੜਾ ਟੁੱਟਣ ਦਾ ਚਾਂਸੇਜ ਬਣ ਜਾਣਾ ਆ। ਸੋ ਕਿਉਂਕਿ ਇਸ ਕਰਕੇ ਜਿਹੜਾ ਆ ਉਹ ਅਸੀਂ ਹਾਈ ਸਪੀਡ ਦੇ ਇੱਥੇ ਸੌਫਟ ਤੇ ਯੂਜ਼ ਕਰਦੇ ਹੈਗੇ ਆ। ਤੋ ਹਾਰਡ ਵੀਲ ਜਿਹੜੇ ਆ, ਇਸ ਤੋਂ ਪਤਾ ਲੱਗ ਹੀ ਗਿਆ ਤੁਹਾਨੂੰ ਕਿ ਹਾਰਡ ਵੀਲ ਜਿਹੜਾ ਆ ਉਹ ਸਲੋ ਸਪੀਡ ਤੇ, ਕਿਉਂਕਿ ਕੱਟ ਭਾਰੀ ਲੱਗ ਸਕਦਾ, ਝਟਕਾ ਵੀ ਪੈ ਜਾਵੇ ਉੱਤੇ ਥੋੜਾ, ਤਾਂ ਕੋਈ ਗੱਲ ਨਹੀਂ, ਉਹ ਵੀਲ ਜਿਹੜਾ ਆ ਉਹਨੂੰ ਸਹਾਰ ਲਏਗਾ। ਸੋ ਇਸ ਕਰਕੇ ਜਿਹੜੇ ਆ ਇਹ ਵੀਲ ਜਿਹੜੇ ਆ ਅਸੀਂ ਹਾਰਡ ਦੇ ਲਈ ਸਲੋ ਸਪੀਡ ਤੇ ਸੌਫਟ ਦੇ ਲਈ ਹਾਈ ਸਪੀਡ ਦੀ ਜਿਹੜੀ ਉਹ ਵਰਤੋਂ ਕਰਦੇ ਹਾਂ। ਇੱਕ ਮੈਂ ਇੱਥੇ ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦਊਂਗਾ, ਜਿਵੇਂ ਤੁਸੀਂ ਲੱਕੜੀ ਨੂੰ ਜਾਂ ਛਿੱਲਦੇ ਦੇਖੇ ਹੋਣੇ ਆ, ਜਿਵੇਂ ਹੱਥ ਦੇ ਨਾਲ ਜਦੋਂ ਛਿੱਲਦੇ ਸੀਗੇ, ਜੇ ਤੁਸੀਂ ਜਦੋਂ ਉਹਨੂੰ ਕਾਰਪੈਂਟਰ ਛਿੱਲਦਾ ਸੀ ਤਾਂ ਜੇ ਉਹ ਹੌਲੀ ਦਾਣੀ ਉੱਤੇ ਉਹਦੀ ਕਟਿੰਗ ਕਰਨ ਦਾ ਸ਼ੁਰੂ ਕਰਦਾ, ਮਾਰਦਾ, ਤੇਸੀ ਵਗੈਰਾ ਜੋ ਵੀ ਉਹਨਾਂ ਦੇ ਕੋਲ ਹੁੰਦਾ ਆ ਜਾਂ ਚੀਜ਼ਲ ਦੇ ਨਾਲ, ਜੇ ਉਹ ਹੌਲੀ ਦਾਣੀ ਮਾਰਨਗੇ ਤਾਂ ਉਹਦੇ ਨਾਲ ਕੀ ਹੁੰਦਾ ਆ, ਉਹ ਜਿਹੜਾ ਆ ਉਹ ਕਟਿੰਗ ਨਹੀਂ ਸਹੀ ਹੁੰਦੀ। ਜੇ ਉਹ ਤੇਜ਼ੀ ਨਾਲ ਮਾਰਦੇ ਆ ਤਾਂ ਉਹ ਕਟਿੰਗ ਜਿਹੜੀ ਆ ਉਹ ਸਾਫ਼ ਉਹਦੇ ਤੇ ਹੋ ਜਾਂਦੀ ਆ, ਤਾਂ ਉਹ ਆਰਾਮ ਨਾਲ ਹੋ ਜਾਂਦੀ ਆ, ਉੱਥੇ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਉਹਦਾ ਲੱਕੜ ਜਿਹੜੀ ਆ ਉਹ ਸਾਫ਼ ਜਿਹੜੀ ਆ ਉੱਪਰੋਂ ਛਿੱਲ ਹੁੰਦੀ ਆ ਤੇ ਉਹਨੂੰ ਕੋਈ ਖਰਾਬੀ ਨਹੀਂ ਪੈਂਦੀ। ਸੋ ਇਸੇ ਕਰਕੇ ਜਿਹੜੇ ਆ ਇਹ ਵੀਲ ਦੀ ਸਪੀਡ ਦੇ ਹਿਸਾਬ ਦੇ ਨਾਲ ਇਹਨੂੰ ਸਿਲੈਕਟ ਕੀਤਾ ਜਾਂਦਾ। ਹੁਣ ਨੈਕਸਟ ਆ ਗਿਆ ਅਬਿਲਿਟੀ ਆਫ ਮਸ਼ੀਨ ਆਪਰੇਟਰ। ਹੁਣ ਇਹ ਹੈਗੀ ਆ ਮਸ਼ੀਨ ਆਪਰੇਟਰ ਜਿਹੜਾ, ਉਹਦੀ ਯੋਗਤਾ ਰਿਕਮੈਂਡ ਤਾਂ ਇਹੀ ਕੀਤੀ ਜਾਂਦੀ ਆ ਕਿ ਅਨਟ੍ਰੇਨਡ ਬੰਦਾ ਨਹੀਂ ਲੱਗਣਾ ਉੱਪਰ। ਜੇ ਤੁਸੀਂ ਕੋਈ ਗ੍ਰਾਈਂਡਿੰਗ ਕਰਨੀ ਆ ਜਾਂ ਤੁਸੀਂ ਜਿਹੜਾ ਹੈਗਾ ਆ ਕੋਈ ਟੂਲ ਨੂੰ ਧਾਰ ਲਾਉਣੀ ਆ, ਜੇ ਤੁਹਾਨੂੰ ਅਜੇ ਤੱਕ ਗ੍ਰਾਈਂਡਿੰਗ ਵੀਲ ਦਾ ਨੌਲੇਜ ਨਹੀਂ ਆ, ਉਹਨੂੰ ਆਪਣੇ ਆਪ ਨਹੀਂ ਲੱਗਣਾ। ਜਾਂ ਕੋਈ ਤੁਹਾਡੇ ਉੱਪਰ ਫੋਰਮੈਨ ਆ ਜਾਂ ਕੋਈ ਸੁਪਰਵਾਈਜ਼ਰ ਆ, ਸੀਨੀਅਰ ਤੁਹਾਡਾ ਹੈ, ਜਿਸ ਨੂੰ ਉਸ ਨੌਲੇਜ ਹੈ, ਜਾਂ ਜਿਹੜਾ ਕਲਾਸ ਦੇ ਵਿੱਚ ਜਾਂ ਵਰਕਸ਼ਾਪ ਦੇ ਵਿੱਚ ਤੁਹਾਡਾ ਇੰਸਟਰਕਟਰ ਹੈ, ਉਹਦੀ ਦੇਖ ਰੇਖ ਦੇ ਵਿੱਚ ਹੀ ਤੁਸੀਂ ਜਿਹੜੀ ਆ ਆਪਣੀ ਸਕਿੱਲ ਨੂੰ ਇੰਪਰੂਵ ਕਰਨਾ ਆ। ਪਹਿਲਾਂ ਟ੍ਰੇਨਡ ਹੋਣਾ, ਫਿਰ ਜਾ ਕੇ ਆਪਣੇ ਆਪ ਚਲਾਉਣਾ, ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਇਹ ਖਤਰਨਾਕ ਹੁੰਦੇ ਆ, ਇਹ ਡੇਂਜਰਸ ਹੁੰਦੇ ਆ। ਇਹ ਤੇ ਕਟਿੰਗ ਜਿਹੜੀ ਆ ਅਸੀਂ ਜਾਂ ਇਹਨੂੰ ਚਲਾਉਣਾ ਆ, ਉਹ ਤਰੀਕਾ ਬਹੁਤ ਸਹੀ ਹੋਣਾ ਚਾਹੀਦਾ, ਉਹਦੇ ਵਿੱਚ ਸਾਰੀਆਂ ਸੇਫਟੀਆਂ ਲੈਣੀਆਂ ਬਣਦੀਆਂ, ਤੇ ਚਲਾਉਣ ਦਾ ਉਹ ਤੇ ਗ੍ਰਾਈਂਡਿੰਗ ਕਰਨ ਦਾ ਜਿਹੜਾ ਆ ਉਹ ਤਰੀਕਾ ਵੀ ਸਹੀ ਹੋਣਾ ਚਾਹੀਦਾ ਆ। ਸੋ ਇਸ ਕਰਕੇ ਆ ਕਿ ਆਪਰੇਟਰ ਜਿਹੜਾ ਆ ਅਨਟ੍ਰੇਨਡ ਉੱਥੇ ਨਾ ਹੀ ਲਾਉਣਾ ਚੰਗਾ ਆ, ਪਰ ਫਿਰ ਵੀ ਕਿਉਂਕਿ ਇਹ ਵੀ ਇੱਕ ਫੈਕਟਰ ਵਾ ਸਿਲੈਕਸ਼ਨ ਆਫ ਵੀਲ, ਤਾਂ ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰੂੰਗਾ। ਸੋ ਅਬਿਲਿਟੀ ਆਫ ਮਸ਼ੀਨ ਆਪਰੇਟਰ, ਸੋ ਅਬਿਲਿਟੀ ਯੋਗਤਾ ਦੇ ਹਿਸਾਬ ਦੇ ਨਾਲ ਕੀ ਆ ਕਿ ਜਿਹੜਾ ਅਗਰ ਤੁਹਾਡਾ ਟ੍ਰੇਨਡ ਬੰਦਾ ਆ, ਅਗਰ ਉਹ ਸਕਿਲਡ ਵਰਕਰ ਵਾ, ਤਾਂ ਫਿਰ ਉਹਦੇ ਵਾਸਤੇ ਤੁਹਾਨੂੰ ਸੌਫਟ ਵੀਲ ਚੱਲ ਜਾਏਗਾ। ਸੌਫਟ ਵੀਲ ਕਿਉਂਕਿ ਉਹ ਸੇਫਟੀ ਲੈ ਕੇ ਚਲਾਏਗਾ, ਸਾਰਾ ਕੁਝ ਚੱਲੇਗਾ, ਆਰਾਮ ਨਾਲ ਚਲਾਏਗਾ, ਕਟਿੰਗ ਉਹਦੀ ਸਹੀ ਕਰੇਗਾ। ਸੋ ਉੱਥੇ ਉਹਦੇ ਵਾਸਤੇ ਜਿਹੜਾ ਸੌਫਟ ਗ੍ਰੇਡ ਦਾ ਵੀਲ ਉਹ ਠੀਕ ਰਹੇਗਾ। ਪਰ ਜੇ ਬੰਦਾ ਅਨਟ੍ਰੇਨਡ ਵਾ, ਜੇ ਵਰਕਰ ਅਨਟ੍ਰੇਨਡ ਵਾ, ਤਾਂ ਉਹਦੇ ਵਾਸਤੇ ਜਿਹੜਾ ਆ ਉਹ ਹਾਰਡ ਗ੍ਰੇਡ ਦਾ ਵੀਲ ਹੀ ਯੂਜ਼ ਕਰਨਾ। ਉਹ ਜਿਹੜਾ ਆ ਉਹਨੂੰ ਸੌਫਟ ਵੀਲ ਤੇ ਨਹੀਂ ਲਾਉਣਾ, ਕਿਉਂਕਿ ਜੇ ਅਸੀਂ ਸੌਫਟ ਵੀਲ ਤੇ ਲਾਤਾ, ਉਹਦੇ ਕੋ ਗਲਤ ਉਹਨੂੰ ਆਪਰੇਟ ਕਰ ਲਿਆ, ਉਹਦੇ ਕੋ ਝਟਕੇ ਪੈ ਗਏ ਜਾਂ ਕਿਸੇ ਤਰ੍ਹਾਂ ਹੋ ਗਿਆ, ਤਾਂ ਉਹ ਕੀ ਹੋਏਗਾ, ਵੀਲ ਜਿਹੜਾ ਟੁੱਟਣ ਦਾ ਖਤਰਾ ਬਣ ਜਾਏਗਾ, ਜਿਹਦਾ ਐਕਸੀਡੈਂਟ ਹੋ ਜਾਏਗਾ। ਸੋ ਇਸ ਕਰਕੇ ਇਹ ਫੈਕਟਰ ਵੀ ਬੜਾ ਪ੍ਰਭਾਵਿਤ ਕਰਦਾ ਆ। ਫਿਰ ਇੱਕ ਵਾਰੀ ਮੈਂ ਇਹੀ ਕਹੂੰਗਾ ਕਿ ਜਿਹੜਾ ਅਨਟ੍ਰੇਨਡ ਵਾ ਉਹ ਇਹਨੂੰ ਨਾ ਚਲਾਓ, ਉਸ ਆਪਣੇ ਇੰਸਟਰਕਟਰ ਦੀ, ਆਪਣਾ ਫੋਰਮੈਨ ਜਾਂ ਜੇ ਉਹ ਵੀ ਤੁਹਾਡੇ ਉੱਪਰ ਵਾ ਟ੍ਰੇਨਡ ਆਦਮੀ ਹੈ, ਟ੍ਰੇਨਡ ਹੈ, ਉਸ ਦੇ ਕੋਲੋਂ ਜਿਹੜਾ ਉਹ ਤੁਸੀਂ ਉਹਨੂੰ ਪਹਿਲਾਂ ਚਲਾਉਣਾ ਸਿੱਖੋ, ਫਿਰ ਜਿਹੜਾ ਆ ਇਸ ਨੂੰ ਆਪਰੇਟ ਕਰਨਾ ਆ ਅਸੀਂ। ਸੋ ਇਹ ਤੁਹਾਡੇ ਸੀਗੇ ਫੈਕਟਰ ਸਿਲੈਕਸ਼ਨ ਆਫ ਵੀਲ। ਸੋ ਥੈਂਕ ਯੂ।